ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਅਨੰਦਪੁਰ ਸਾਹਿਬ ਦਾ ਇਤਿਹਾਸ। ਜੁਦ ਜੀਤ ਆਏ ਜਬੈ ਟਿਕੇ ਨ ਤਿਨਪੁਰ ਪਾਉ, ਕਹਿਲੂਰ ਮੈਂ ਬਾਂਧਿਓ ਆਨ ਅਨੰਦਪੁਰ ਗਾਉ। ਬਚਿੱਤਰ ਨਾਟਕ ਦੇ ਦੋ ਪਦੇ ਨੇ ਇਹ। ਅਤੇ ਅੱਜ ਜਿਸ ਸਮੁੱਚੇ ਇਲਾਕੇ ਨੂੰ ਅਨੰਦਪੁਰ ਸਾਹਿਬ ਕਿਹਾ ਜਾਂਦਾ ਹੈ, ਉਸ ਵਿੱਚ ਚੱਕ ਨਾਨਕੀ ਅਤੇ ਅਨੰਦਪੁਰ ਸਾਹਿਬ ਦੇ ਨਾਲ ਨਾਲ ਆਲੇ ਦੁਆਲੇ ਦੇ ਪਿੰਡਾਂ ਦੀ ਕੁਛ ਜ਼ਮੀਨ ਵੀ ਸ਼ਾਮਲ ਹੈ। ਆਮ ਤੌਰ 'ਤੇ ਕਹਿ ਦਿੱਤਾ ਜਾਂਦਾ ਹੈ ਕਿ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੇ 1665 ਵਿੱਚ ਬੰਨ੍ਹਿਆ ਸੀ। ਦਰਅਸਲ ਅਨੰਦਪੁਰ ਸਾਹਿਬ ਪਿੰਡ ਦੀ ਨੀਂਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 ਵਿੱਚ ਰੱਖੀ ਸੀ ਅਤੇ 1665 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਸ ਚੱਕ ਨਾਨਕੀ ਪਿੰਡ ਬੰਨ੍ਹਿਆ ਸੀ, ਜੋ ਉਹ ਹੁਣ ਦੇ ਜੋ ਕੇਸਗੜ੍ਹ ਸਾਹਿਬ ਦੀ ਸੜਕ ਦੇ ਹੇਠਾਂ ਚੌਕ ਤੋਂ ਲੈ ਕੇ ਚਰਨ ਗੰਗਾ ਅਤੇ ਅਗੰਮਗੜ੍ਹ ਦੇ ਵਿਚਕਾਰ ਦਾ ਇਲਾਕਾ ਸੀ। ਮੁੰਡ ਤਾਂ ਅਨੰਦਪੁਰ ਸਾਹਿਬ ਦਾ ਗੁਰੂ ਤੇਗ ਬਹਾਦਰ ਜੀ ਨੇ ਬੰਨ੍ਹਿਆ, ਇਹ ਗੱਲ ਪੱਕੀ ਹੋ ਗਈ ਅਤੇ ਗੁਰੂ ਤੇਗ ਬਹਾਦਰ ਸਾਹਿਬ 1635 ਵਿੱਚ ਕੀਰਤਪੁਰ ਸਾਹਿਬ ਆ ਗਏ ਸੀ ਅਤੇ ਕਾਫੀ ਸਮਾਂ ਇਹ ਕੀਰਤਪੁਰ ਸਾਹਿਬ ਰਹੇ ਅਤੇ ਬਕਾਲਾ ਜਾਂਦੇ ਰਹੇ ਅਤੇ ਤਕਰੀਬਨ 20 ਸਾਲ ਉੱਥੇ ਧਰਮ ਪ੍ਰਚਾਰ ਕਰਨ ਤੋਂ ਬਾਅਦ 9 ਜੂਨ 1656 'ਚ ਆਪ ਪੰਜਾਬ, ਉੱਤਰ ਪ੍ਰਦੇਸ਼, ਪੰਜਾਬ ਦੇ ਬਾਕੀ ਇਲਾਕੇ, ਉੱਤਰ ਪ੍ਰਦੇਸ਼, ਬਿਹਾਰ, ਬੰਗਾਲ, ਅਸਾਮ ਦੇ ਲੰਬੇ ਮਿਸ਼ਨਰੀ ਦੌਰੇ 'ਤੇ ਚਲੇ ਗਏ ਸੀ ਅਤੇ ਇਸ ਤੋਂ ਬਾਅਦ ਫਿਰ ਇਹ 1664 ਵਿੱਚ ਫਿਰ ਵਾਪਸ ਆਏ ਅਤੇ ਇਸ ਤੋਂ ਬਾਅਦ ਦੂਸਰੀ ਪੱਛਮ ਯਾਤਰਾ ਪ੍ਰਚਾਰ ਦੌਰੇ 'ਚ ਨਿਕਲ ਗਏ, ਜਿੱਥੋਂ ਕਿ ਇਹਨਾਂ ਨੇ ਕਈ ਜਗ੍ਹਾ ਦੁਖੀਆਂ ਦੀ ਦੁੱਖ ਦੂਰ ਕੀਤੇ ਅਤੇ ਕਈ ਜਗ੍ਹਾ ਤਲਾਬ ਵੀ ਬਣਾਏ। ਅਤੇ ਇਸ ਤੋਂ ਬਾਅਦ ਫਿਰ ਇਹ ਤਕਰੀਬਨ ਜਾਂ ਕਹਿ ਲਓ 9 ਸਾਲ ਬਾਅਦ ਪਹਿਲੇ ਹਫਤੇ ਅਪ੍ਰੈਲ 1665 ਦੇ ਪਹਿਲੇ ਹਫਤੇ ਇਹ ਕੀਰਤਪੁਰ ਵਾਪਸ ਆ ਜਾਂਦੇ ਨੇ ਅਤੇ ਕੀਰਤਪੁਰ ਵਿੱਚ ਆਉਣ ਤੋਂ ਕੁਛ ਦਿਨ ਮਗਰੋਂ ਉੱਥੋਂ ਬਿਲਾਸਪੁਰ ਦੀ ਰਾਣੀ ਚੰਪਾ ਦਾ ਵਜ਼ੀਰ ਕੀਰਤਪੁਰ ਆਇਆ। ਉਸਨੇ ਦੱਸਿਆ ਕਿ ਬਿਲਾਸਪੁਰ ਦਾ ਰਾਜਾ ਦੀਪ ਚੰਦ 27 ਅਪ੍ਰੈਲ 1665 ਦੇ ਦਿਨ ਚੜ੍ਹਾਈ ਕਰ ਗਿਆ ਹੈ। ਰਾਣੀ ਨੇ ਗੁਰੂ ਸਾਹਿਬ ਨੂੰ ਰਾਜੇ ਦੀ 17ਵੀਂ ਅਤੇ 12 ਮਈ ਨੂੰ ਬਿਲਾਸਪੁਰ ਪੁੱਜਣ ਵਾਸਤੇ ਅਰਜ਼ ਕੀਤੀ। ਗੁਰੂ ਸਾਹਿਬ 10 ਮਈ 1665 ਦੇ ਦਿਨ ਬਿਲਾਸਪੁਰ ਪਹੁੰਚ ਗਏ। ਗੁਰੂ ਸਾਹਿਬ ਦੇ ਨਾਲ ਆਪ ਦੀ ਮਾਤਾ ਨਾਨਕੀ, ਗੁਰੂ ਹਰ ਰਾਏ ਸਾਹਿਬ ਦੀ ਸੁਪਤਨੀ ਮਾਤਾ ਸੁਲੱਖਣੀ, ਬਾਬਾ ਸੂਰਜਮਲ ਦੀ ਪਤਨੀ ਮਾਤਾ ਹਰੀ ਜੀ, ਗੁਰੂ ਹਰ ਰਾਏ ਸਾਹਿਬ ਦੀ ਬੇਟੀ ਬੇਬੀ ਰੂਪ ਕੌਰ, ਬਾਬਾ ਸੂਰਜਮਲ ਦੇ ਪੁੱਤਰ ਦੀਪ ਚੰਦ ਅਤੇ ਆਨੰਦ ਚੰਦ ਅਤੇ ਦੀਵਾਨ ਦਰਗਾਹ ਮੱਲ ਅਤੇ ਬਹੁਤ ਸਾਰੇ ਹੋਰ ਸਿੱਖ ਵੀ ਸਨ। ਚੌਥੇ ਦਿਨ ਜਦੋਂ 17ਵੀਂ ਤੋਂ ਫਾਰਗ ਹੋ ਕੇ ਗੁਰੂ ਸਾਹਿਬ ਵਾਪਸ ਜਾਣ ਦੀ ਤਿਆਰੀ ਸ਼ੁਰੂ ਕਰ ਰਹੇ ਸੀ ਤਾਂ ਰਾਜ ਮਹਿਲ ਤੋਂ ਤੁਰਨ ਲੱਗੇ ਰਾਣੀ ਚੰਪਾ ਨੇ ਗੁਰੂ ਸਾਹਿਬ ਨੂੰ ਰੋਕ ਲਿਆ। ਰਾਣੀ ਨੂੰ ਪਤਾ ਲੱਗ ਚੁੱਕਾ ਸੀ ਕਿ ਗੁਰੂ ਸਾਹਿਬ ਕੀਰਤਪੁਰ ਛੱਡ ਕੇ ਧਮਤਾਨ ਵਿੱਚ ਵਸਣ ਦੀਆਂ ਤਿਆਰੀਆਂ ਕਰ ਰਹੇ ਹਨ। ਰਾਣੀ ਚੰਪਾ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਮਾਤਾ ਨਾਨਕੀ ਜੀ ਦੇ ਪੈਰ ਫੜ ਲਏ ਅਤੇ ਅਰਜ਼ ਕੀਤੀ ਕਿ ਉਹ ਗੁਰੂ ਸਾਹਿਬ ਨੂੰ ਧਮਤਾਨ ਬੰਗਾਲ ਦੇਸ਼ ਜਾਣ ਦੀ ਜਗ੍ਹਾ ਹੈ ਕਹਿਲੂਰ ਬਿਲਾਸਪੁਰ ਰਿਆਸਤ ਵਿੱਚ ਰਹਿਣ ਵਾਸਤੇ ਮਨਾਉਣ। ਰਾਣੀ ਚੰਪਾ ਨੇ ਆਖਿਆ ਕਿ ਉਹ ਚਾਹੁੰਦੀ ਹੈ ਕਿ ਗੁਰੂ ਸਾਹਿਬ ਦੀ ਨਿਗਹਿਬਾਨੀ ਵਿੱਚ ਹੀ ਰਹੇ। ਰਾਣੀ ਨੇ ਕਿਹਾ ਕਿ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ ਸਾਹਿਬ ਦੀ ਜਗ੍ਹਾ ਕਿਤੇ ਹੋਰ ਨਵਾਂ ਨਗਰ ਵਸਾਉਣਾ ਚਾਹੁਣ ਤਾਂ ਉਹ ਜਗ੍ਹਾ ਅਰਦਾਸ ਕਰਾਉਣ ਵਾਸਤੇ ਵੀ ਤਿਆਰ ਹੈ। ਰਾਣੀ ਚੰਪਾ ਦੇ ਜਜ਼ਬਾਤ ਅਤੇ ਮੁਹੱਬਤ ਵੇਖਦਿਆਂ ਮਾਤਾ ਨਾਨਕੀ ਨੇ ਗੁਰੂ ਸਾਹਿਬ ਨੂੰ ਕਹਿਲੂਰ ਰਿਆਸਤ ਤੋਂ ਦੂਰ ਨਾ ਜਾਣ ਵਾਸਤੇ ਮਨਾ ਲਿਆ। ਗੁਰੂ ਤੇਗ ਬਹਾਦਰ ਸਾਹਿਬ ਨੇ ਨਵਾਂ ਨਗਰ ਵਸਾਉਣ ਦਾ ਫੈਸਲਾ ਕੀਤਾ, ਪਰ ਉਹਨਾਂ ਰਾਣੀ ਚੰਪਾ ਤੋਂ ਨਵੇਂ ਨਗਰ ਵਾਸਤੇ ਮੁਫਤ ਜ਼ਮੀਨ ਲੈਣ ਤੋਂ ਨਾ ਕਰ ਦਿੱਤੀ। ਗੁਰੂ ਸਾਹਿਬ ਨੇ ਲੋਧੀਪੁਰ, ਮੀਆਂਪੁਰ ਅਤੇ ਸਹੋਟਾ ਪਿੰਡ ਦੀ ਜ਼ਮੀਨ ਦਾ ਇੱਕ ਰਮਣੀਕ ਹਿੱਸਾ ਚੁਣਿਆ ਅਤੇ ਉਸ ਜ਼ਮੀਨ ਦੀ ਰਕਮ ਅਦਾ ਕੀਤੀ ਅਤੇ ਰਾਣੀ ਚੰਪਾ ਨੇ ਉਸ ਰਕਮ ਨੂੰ ਤੋਹਫਾ ਸਮਝ ਕੇ ਮਨਜ਼ੂਰ ਕਰ ਲਿਆ। ਰਾਣੀ ਚੰਪਾ ਇਹ ਉਸ ਪਰਿਵਾਰ ਤੋਂ ਹੈ, ਇਸ ਦਾ ਸਹੁਰਾ ਜੋ ਸੀ, ਸਹੁਰੇ ਦਾ ਪੇ ਕਲਿਆਣ ਚੰਦ
ਗੁਰੂ ਹਰਗੋਬਿੰਦ ਸਾਹਿਬ ਜੀ ਜਿਸ ਵੇਲੇ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋਏ 1618 'ਚ, ਅਤੇ ਉਸ ਵੇਲੇ 52 ਰਾਜੇ ਜੋ ਉਹਨਾਂ ਨੇ ਕੈਦ 'ਚੋਂ ਛੁਡਾਏ ਸੀ, ਉਹਨਾਂ ਵਿੱਚੋਂ ਇੱਕ ਕਲਿਆਣ ਚੰਦ ਸੀ ਜੋ ਕਿ ਕਹਿਲੂਰ ਦੇ ਰਾਜਾ ਸੀ। ਅਤੇ ਇਸ ਲਈ ਉਸ ਕੀਤੇ ਹੋਏ ਅੱਛੇ ਕੰਮ ਨੂੰ ਇਹਨਾਂ ਨੇ ਯਾਦ ਕਰਕੇ ਰਾਣੀ ਚੰਪਾ ਦਾ ਪਿਆਰ ਗੁਰੂ ਘਰ ਨਾਲ ਬਹੁਤ ਸੀ। ਅਤੇ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੀਆਂ ਮੁਗਲਾਂ ਨਾਲ ਹੋਈਆਂ ਲੜਾਈਆਂ 34-35 ਵਿੱਚ ਇਹ ਨਾਲ ਜੂਝੇ ਸਨ, ਅਤੇ ਉਹਨਾਂ ਗੁਰੂ ਸਾਹਿਬ ਨੂੰ ਪਤਾ ਸੀ ਕਿ ਇੱਕ ਮਹਿਫੂਜ਼ ਨਗਰ ਦਾ ਜਿਓਗ੍ਰਾਫੀਆ ਕਿਹੋ ਜਿਹਾ ਹੋਣਾ ਚਾਹੀਦਾ ਹੈ। ਜਦੋਂ 6ਵੇਂ ਨਾਨਕ ਗੁਰੂ ਹਰਗੋਬਿੰਦ ਸਾਹਿਬ ਨੇ 1624 ਵਿੱਚ ਕੀਰਤਪੁਰ ਦੀ ਜਗ੍ਹਾ ਵਿੱਚੋਂ ਚੋਣ ਕੀਤੀ ਸੀ, ਤਾਂ ਉਹਨਾਂ ਨੇ ਉਸ ਇਲਾਕੇ ਦੀਆਂ ਸਭ ਤੋਂ ਵੱਧ ਮਹਿਫੂਜ਼ ਜਗ੍ਹਾ ਦੀ ਚੋਣ ਕੀਤੀ ਸੀ। ਕੀਰਤਪੁਰ ਦੇ ਇੱਕ ਪਾਸੇ ਪਹਾੜ, ਦੂਜੇ ਪਾਸੇ ਸਤਲੁਜ ਅਤੇ ਤੀਜੇ ਪਾਸੇ ਸਰਸਾ ਨਦੀ ਹੈ। ਇਸ ਤੋਂ ਇਲਾਵਾ ਕਈ ਨਿੱਕੀਆਂ ਵੱਡੀਆਂ ਪਹਾੜੀਆਂ ਅਤੇ ਚੋਅ ਨਾਲੇ ਵੀ ਸਨ ਜੋ ਕੀਰਤਪੁਰ ਨੂੰ ਦੁਸ਼ਮਣ ਦੇ ਹਮਲੇ ਤੋਂ ਕਾਫੀ ਹੱਦ ਤੱਕ ਬਚਾ ਸਕਦੇ ਸਨ। ਚੱਕ ਨਾਨਕੀ ਅੱਜ ਕੱਲ੍ਹ ਦਾ ਜੋ ਅਨੰਦਪੁਰ ਹੈ, ਇਹ ਵੀ ਅਜਿਹੀ ਖਾਸ ਮਹਿਫੂਜ਼ ਜਗ੍ਹਾ ਸੀ। ਇਸ ਦੇ ਆਲੇ ਦੁਆਲੇ ਜੰਗਲ ਸੀ, ਜੰਗਲ ਦੇ ਨਾਲ ਨਾਲ ਕਈ ਬਰਸਾਤੀ ਨਾਲੇ ਚੋਅ ਸਨ। ਚੱਕ ਨਾਨਕੀ ਨੂੰ ਦੋ ਪਾਸੇ ਚਰਨ ਗੰਗਾ ਨਾਲੇ ਦੀ ਹਿਫਾਜ਼ਤ ਸੀ, ਇੱਕ ਪਾਸੇ ਦਰਿਆ ਸਤਲੁਜ ਵਗਦਾ ਸੀ, ਅਤੇ ਤੀਜੇ ਪਾਸੇ ਮੌਜੂਦਾ ਕੇਸਗੜ੍ਹ ਦਾ ਪਹਾੜ, ਅਤੇ ਪਿੱਛੇ ਰਿਆਸਤ ਬਿਲਾਸਪੁਰ ਦੇ ਪਹਾੜ ਅਤੇ ਜੰਗਲ ਸਨ। 19 ਜੂਨ 1665 ਸੋਮਵਾਰ ਵਾਲੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਨਵੇਂ ਨਗਰ ਦਾ ਮੁੱਢ ਬੰਨ੍ਹਿਆ। ਨਵੇਂ ਨਗਰ ਦੀ ਮੋਢੀ ਬਾਬਾ ਗੁਰਦਿੱਤਾ ਜੀ ਨੇ ਪਿੰਡ ਸਹੋਟਾ ਦੀ ਹੱਦ ਵਿੱਚ ਮਾਖੋਵਾਲ ਦੀ ਥੇਹ 'ਤੇ ਗੱਡੀ। ਗੁਰੂ ਤੇਗ ਬਹਾਦਰ ਸਾਹਿਬ ਨੇ ਨਵੇਂ ਨਗਰ ਦਾ ਨਾਂ ਆਪਣੀ ਮਾਤਾ ਸੁਪਤਨੀ ਹਰਗੋਬਿੰਦ ਸਾਹਿਬ ਦੇ ਨਾਂ 'ਤੇ ਚੱਕ ਨਾਨਕੀ ਰੱਖਿਆ। ਇਸ ਮਗਰੋਂ ਦੀਵਾਨ ਦਰਗਾਹ ਮੱਲ ਛਿੱਬਰ ਨੇ ਅਰਦਾਸ ਕੀਤੀ ਅਤੇ ਕੜਾਹ ਪ੍ਰਸਾਦ ਦੀ ਦੇਗ ਸੰਗਤਾਂ ਵਿੱਚ ਵਰਤਾਈ, ਅਤੇ ਉਸ ਤੋਂ ਬਾਅਦ ਅਗਲੇ 3 ਮਹੀਨੇ ਤੱਕ ਜੂਨ ਦੇ ਅੱਧ ਤੋਂ ਲੈ ਕੇ ਸਤੰਬਰ ਅੱਧ 1665 ਤੱਕ ਗੁਰੂ ਸਾਹਿਬ ਚੱਕ ਨਾਨਕੀ ਵਿੱਚ ਰਹੇ। ਅਤੇ ਇਸ ਤੋਂ ਬਾਅਦ ਫਿਰ ਗੁਰੂ ਸਾਹਿਬ ਚੱਕ ਨਾਨਕੀ ਤੋਂ ਕੀਰਤਪੁਰ ਹੋ ਕੇ ਅਤੇ ਹੋਰ ਦੇਸ਼ਾਂ ਵਿੱਚ ਪ੍ਰਚਾਰ ਦੌਰੇ ਹਿੱਤ ਚਲੇ ਗਏ, ਅਤੇ ਤਕਰੀਬਨ 6 ਸਾਲ ਬਾਅਦ ਮਾਰਚ 1673 ਦੇ ਆਖਰੀ ਹਫ਼ਤੇ ਚੱਕ ਨਾਨਕੀ ਪਹੁੰਚੇ, ਅਤੇ 28 ਮਾਰਚ ਦੇ ਦਿਨ ਵਿਸਾਖ ਦੀ ਪਹਿਲੀ ਅਰਥਾਤ ਵਿਸਾਖੀ ਦੇ ਮੌਕੇ 'ਤੇ ਹਜ਼ਾਰਾਂ ਸੰਗਤਾਂ ਚੱਕ ਨਾਨਕੀ ਪੁੱਜੀਆਂ। ਗੁਰੂ ਸਾਹਿਬ ਦੇ ਆਉਣ ਦਾ ਪਤਾ ਲੱਗਣ ਨਾਲ ਫਿਰ ਰੌਣਕਾਂ ਸ਼ੁਰੂ ਹੋ ਗਈਆਂ ਸਨ, ਅਤੇ ਦੂਰ ਦੂਰ ਤੋਂ ਸੰਗਤਾਂ ਆਉਣੀਆਂ ਲੱਗ ਪਈਆਂ ਸੀ। ਅਤੇ ਹੁਣ ਗੁਰੂ ਸਾਹਿਬ ਨੂੰ ਸੰਗਤਾਂ ਦੇ ਜ਼ੋਰ ਪਾਉਣ 'ਤੇ ਕਿ ਅਸੀਂ ਬਾਲਾ ਗੋਬਿੰਦ ਰਾਏ ਦੇ ਦਰਸ਼ਨ ਕਰਨੇ ਹਨ, ਅਤੇ ਗੁਰੂ ਸਾਹਿਬ ਨੇ ਉਹਨਾਂ ਦੀ ਪ੍ਰਵਾਨ ਕਰਦੇ ਹੋਏ ਪਟਨਾ ਸਾਹਿਬ ਸੰਦੇਸ਼ਾ ਭੇਜਿਆ ਮਾਤਾ ਗੁਜਰੀ ਜੀ ਨੂੰ ਕਿ ਤੁਸੀਂ ਹੁਣ ਅਨੰਦਪੁਰ ਵੱਲ ਚਾਲੇ ਪਾ ਦਿਓ। ਇਹ ਗੱਲ ਸੁਣਦਿਆਂ ਹੀ ਪਟਨੇ ਤੋਂ ਫਿਰ ਉਹਨਾਂ ਨੇ ਤੁਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ, ਅਤੇ ਦਾਨਾਪੁਰ, ਬਕਸਰ, ਆਰਾ, ਛੋਟਾ ਮਿਰਜ਼ਾਪੁਰ, ਬਨਾਰਸ, ਪਰਾਗ ਅਤੇ ਲਖਨਊ, ਮਥੁਰਾ, ਥਾਨੇਸਰ, ਸਹਾਰਨਪੁਰ ਆਦਿ ਥਾਵਾਂ 'ਤੇ ਤੀਰਥਾਂ ਤੋਂ ਹੁੰਦੇ ਹੋਏ 1673 ਦੀ ਸਤੰਬਰ ਦੇ ਮਹੀਨੇ ਪੁੱਜ ਜਾਂਦੇ ਨੇ ਅਨੰਦਪੁਰ ਸਾਹਿਬ। ਅਤੇ ਅਨੰਦਪੁਰ ਸਾਹਿਬ ਉਹਨਾਂ ਦਾ ਸਵਾਗਤ ਬੜੇ ਹੀ ਧੂਮਧਾਮ ਨਾਲ ਹੋਇਆ, ਅਤੇ ਜਲੂਸ ਦੀ ਸ਼ਕਲ ਵਿੱਚ ਸਾਰਾ ਸੰਗ ਸ੍ਰੀ ਅਨੰਦਪੁਰ ਵਿੱਚ ਦਾਖਲ ਹੋਏ। ਸਾਰੇ ਨਗਰ ਵਿੱਚ ਘਰ ਘਰ ਖੁਸ਼ੀ ਮਨਾਈ ਗਈ, ਅਤੇ ਰਾਤ ਨੂੰ ਦੀਪਮਾਲਾ ਜਗਾਈ ਅਤੇ ਆਤਿਸ਼ਬਾਜ਼ੀ ਚਲਾਈ ਗਈ, ਅਤੇ 4 ਚੁਫੇਰਿਓਂ ਲੋਕ ਦਰਸ਼ਨਾਂ ਲਈ ਉਹ ਆਉਂਦੇ ਸਨ ਜਿਵੇਂ ਸਾਵਣ ਭਾਦੋਂ ਵਿੱਚ ਬੱਦਲ ਘਟਾ ਥੰਮ ਥੰਮ ਆਉਂਦੇ ਨੇ। ਅਤੇ ਅਨੰਦਪੁਰ ਇਸ ਵੇਲੇ ਸ੍ਰੀ ਦਸ਼ਮੇਸ਼ ਜੀ ਦੀ ਆਪਣੀ ਜਗਤ ਫੇਰੀ ਦਾ ਸਭ ਤੋਂ ਵੱਧ ਖੁਸ਼ੀ ਦਾ ਅਤੇ ਸੁੱਖਾਂ ਭਰਿਆ ਚਿੰਤਾ ਰਹਿਤ ਸਮਾਂ ਗੁਜ਼ਾਰ ਰਹੇ ਸਨ। ਮਾਤਾ ਜੀ, ਗੁਰਦੇ ਪਿਤਾ ਜੀ ਅਤੇ ਮਾਮਾ ਜੀ ਕਿਰਪਾਲ ਚੰਦ ਜੀ ਦਾ ਹੱਥ ਇਹਨਾਂ ਦੇ ਸਿਰ 'ਤੇ ਸੀ। ਹਜ਼ਾਰਾਂ ਸਿੱਖ ਇਹਨਾਂ ਨੂੰ ਵੇਖ ਵੇਖ ਜਿਉਂਦੇ ਅਤੇ ਹੱਥੀਂ ਛਾਵਾਂ ਕਰਦੇ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ
ਆਪਣੇ ਸਾਹਿਬਜ਼ਾਦੇ ਦੀ ਸਿੱਖਿਆ ਸਿਖਲਾਈ ਅਤੇ ਪਾਲਣਾ ਸੰਭਾਲ ਲਈ ਖਾਸ ਪ੍ਰਬੰਧ ਕੀਤੇ। ਗੁਰਮੁਖੀ ਤੇ ਆਪ ਨੇ ਮਾਤਾ ਜੀ ਪਾਸੋਂ ਪਹਿਲਾਂ ਹੀ ਪੜ੍ਹ ਲਈ ਹੋਈ ਸੀ ਅਤੇ ਗੁਰਬਾਣੀ ਵੀ ਚੋਖੀ ਪੋਥੀ ਪੜ੍ਹ ਗੜ੍ਹ ਕੇ ਕੰਠ ਕਰ ਲਈ ਹੋਈ ਸੀ। ਹੁਣ ਹੋਰ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ। ਸ੍ਰੀ ਗ੍ਰੰਥ ਸਾਹਿਬ ਜੀ ਦੇ ਪਾਠ ਵਿਚਾਰ ਅਤੇ ਗੁਰੂ ਘਰ ਦੀ ਹੋਰ ਵਿੱਦਿਆ ਲਈ ਆਪ ਨੂੰ ਮੁਨਸ਼ੀ ਸਾਹਿਬ ਚੰਦ ਪਾਸ ਬਿਠਾਇਆ ਗਿਆ। ਇਸ ਤੋਂ ਇਲਾਵਾ ਸੰਸਕ੍ਰਿਤ ਅਤੇ ਫਾਰਸੀ ਦੀ ਪੜ੍ਹਾਈ ਦਾ ਵੀ ਪ੍ਰਬੰਧ ਕੀਤਾ ਗਿਆ। ਫਾਰਸੀ ਆਪਣੇ ਮੁਨਸ਼ੀ ਪੀਰ ਮੁਹੰਮਦ ਸਲੋਹ ਪਾਸੋਂ ਪੜ੍ਹੀ ਅਤੇ ਇਸ ਪ੍ਰਕਾਰ ਇਸ ਵੇਲੇ ਬਾਲ ਗੋਬਿੰਦ ਰਾਏ ਜੀ ਦੇ ਦਿਨ ਬੜੇ ਹੀ ਚਿੰਤਾ ਰਹਿਤ ਸਮਾਂ ਇੱਥੇ ਗੁਜ਼ਰ ਰਿਹਾ ਸੀ ਅਤੇ ਅਨੰਦਪੁਰ ਸਾਹਿਬ ਵਿੱਚ ਵੀ ਚੱਕ ਨਾਨਕੀ ਸਾਹਿਬ ਵਿੱਚ ਵੀ ਬਹੁਤ ਹੀ ਖੁਸ਼ੀਆਂ ਦਾ ਮਾਹੌਲ ਸੀ ਅਤੇ ਸੰਗਤਾਂ ਦੂਰੋਂ ਦੂਰੋਂ ਬਹੁਤ ਆ ਰਹੀਆਂ ਸੀ ਸੰਗਤ ਦਰਸ਼ਨ ਕਰਨ ਲਈ। ਅਤੇ ਦੂਸਰੇ ਪਾਸੇ ਕੀ ਹੋ ਰਿਹਾ ਸੀ, ਸ਼ਾਹਜਹਾਨ ਦਾ ਪੁੱਤਰ ਔਰੰਗਜ਼ੇਬ ਉਸਨੇ ਆਪਣੇ ਬਾਪ ਨੂੰ ਕੈਦ ਕਰਕੇ ਅਤੇ ਭਰਾਵਾਂ ਨੂੰ ਮਾਰ ਕੇ ਹਿੰਦੁਸਤਾਨ ਦਾ ਰਾਜ ਸੰਭਾਲ ਲਿਆ ਸੀ ਅਤੇ ਉਹ ਤਖ਼ਤ 'ਤੇ ਬੈਠਾ ਸੀ ਅਤੇ ਇਸ ਦੀ ਰਾਜ ਕਰਨ ਦੀ ਨੀਤੀ ਪਹਿਲੇ ਬਾਦਸ਼ਾਹਾਂ ਨਾਲੋਂ ਬਹੁਤ ਹੀ ਅਨੋਖੀ ਅਤੇ ਹਿੰਦੂ ਸੰਸਕ੍ਰਿਤੀ ਅਤੇ ਹਿੰਦੂ ਧਰਮ ਵਾਸਤੇ ਭਿਆਨਕ ਮਾਰੂ ਸੀ। ਕਾਜ਼ੀਆਂ ਮੌਲਾਨੀਆਂ ਦੇ ਆਖੇ ਲੱਗ ਕੇ ਔਰੰਗਜ਼ੇਬ ਤੌਸਬੀ ਮੁਸਲਮਾਨ ਬਾਦਸ਼ਾਹ ਬਣ ਗਿਆ ਅਤੇ ਜਿਸ ਨੇ ਨੀਰੋ, ਫੈਰਨ, ਚੰਗੇਜ਼ ਖਾਨ, ਹਲਾਕੂ, ਮਹਿਮੂਦ ਗਜ਼ਨਵੀ ਅਤੇ ਨਾਦਰ ਦਾ ਰੂਪ ਧਾਰਨ ਕਰ ਲਿਆ ਸੀ। ਭਾਰਤ ਦੇ ਸਾਰੇ ਵਸਨੀਕ ਮੁਸਲਮਾਨ ਹੋ ਜਾਣ, ਮੰਦਰ ਕੋਈ ਨਜ਼ਰ ਨਾ ਆਏ, ਮੰਦਰ ਦੀ ਥਾਂ ਮਸੀਤਾਂ ਦਿਸਣ ਅਤੇ ਸ਼ੰਖ ਦੀ ਘੜਿਆਲ ਦੀ ਆਵਾਜ਼ ਦੀ ਥਾਂ ਸਵੇਰੇ ਅਤੇ ਸ਼ਾਮ ਨੂੰ ਬਾਂਗ ਦੀ ਆਵਾਜ਼ ਹੀ ਕੰਨੀ ਪਵੇ, ਇਹ ਇਸ ਦਾ ਸੀ। ਹਿੰਦੂਆਂ ਨੂੰ ਮੁਸਲਮਾਨ ਬਣਾਉਣ ਵਾਸਤੇ ਸਖਤੀ ਦਾ ਦੌਰ ਚਲਾ ਦਿੱਤਾ। ਡਰਾ ਕੇ ਲੋਕਾਂ ਨੂੰ ਮੁਸਲਮਾਨ ਬਣਾਉਣਾ ਆਰੰਭਿਆ। ਜਿਹੜਾ ਵੀ ਮੁਸਲਮਾਨ ਹੋਣ ਨੂੰ ਤਿਆਰ ਨਾ ਹੁੰਦਾ ਉਸ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ ਜਾਂਦਾ। ਸਾਰੇ ਰਾਜ ਵਿੱਚ ਸ਼ਹਿਰ ਅਤੇ ਕਸਬੇ ਕਤਲਗਾਹਾਂ ਕਾਇਮ ਹੋ ਗਈਆਂ। ਭੇਡਾਂ ਅਤੇ ਬੱਕਰੀਆਂ ਵਾਂਗ ਨਿਰਦੋਸ਼ ਹਿੰਦੂ ਕਤਲ ਹੋਣ ਲੱਗੇ ਅਤੇ ਵਾਧੂ ਜਾਜੀ ਟੈਕਸ ਵੀ ਹਿੰਦੂਆਂ 'ਤੇ ਲਾਏ ਗਏ। ਜਿਹੜੇ ਵੱਡੇ ਵੱਡੇ ਮੰਦਰ ਸੀ ਮਹਿਮੂਦ ਗਜ਼ਨਵੀ ਤੋਂ ਢਾਹ ਢੇਰੀ ਹੋਣ ਤੋਂ ਬਚ ਗਏ ਸਨ, ਉਹ ਔਰੰਗਜ਼ੇਬ ਨੇ ਢਾਉਣੇ ਸ਼ੁਰੂ ਕਰ ਦਿੱਤੇ ਅਤੇ ਮਥੁਰਾ, ਬਨਾਰਸ ਆਦਿ ਕਈ ਜਗ੍ਹਾ 'ਤੇ ਬੜੇ ਮੰਦਰ ਢਾਹ ਕੇ ਮਸੀਤਾਂ ਬਣਾ ਦਿੱਤੀਆਂ। ਵੇਦ ਪੁਰਾਣ ਸਾੜਨੇ ਸ਼ੁਰੂ ਕਰ ਦਿੱਤੇ। ਜੰਝੂ ਅਤੇ ਟਿੱਕਾ ਅਲੋਪ ਹੋਣ ਲੱਗਾ। ਸਾਰੇ ਦੇਸ਼ ਵਿੱਚ ਹਾਹਾਕਾਰ ਮਚੀ ਹੋਈ ਸੀ। ਜੋਗੀ, ਜਪੀ ਤਪੀ ਪੰਡਤ ਆਪੋ ਆਪਣੇ ਆਸਣ ਚੁੱਕ ਕੇ ਗੰਗਾ ਦੇ ਮੈਦਾਨਾਂ ਨੂੰ ਛੱਡ ਕੇ ਪਰਬਤਾਂ ਵੱਲ ਤੁਰ ਗਏ। ਕੁਛ ਦੂਰ ਦੱਖਣ ਦੇ ਜੰਗਲਾਂ ਵੱਲ ਨੱਸ ਗਏ ਅਤੇ ਇਹ ਜ਼ੁਲਮ ਦੀ ਹਨੇਰੀ ਕਸ਼ਮੀਰ ਵਿੱਚ ਵੀ ਜਾ ਝੁਲਸੀ। ਕਸ਼ਮੀਰ ਦਾ ਸੂਬੇਦਾਰ ਔਰੰਗਜ਼ੇਬ ਨਾਲੋਂ ਵੀ ਬਹੁਤ ਜ਼ਿਆਦਾ ਤੁਸਬੀ ਸੀ, ਧਰਮੀ ਸੀ। ਉਹ ਕਸ਼ਮੀਰੀ ਪੰਡਤਾਂ ਨੂੰ ਮੱਲੋ ਮੱਲੀ ਮੁਸਲਮਾਨ ਕਰਨ ਲੱਗਾ। ਬਾਜ਼ਾਰਾਂ ਅਤੇ ਪਿੰਡਾਂ ਦੇ ਚੌਂਕਾਂ ਵਿੱਚ ਪੰਡਤਾਂ ਦੀਆਂ ਬੋਦੀਆਂ ਕਤਰੀਆਂ ਜਾਣ ਲੱਗੀਆਂ ਅਤੇ ਗਊ ਮਾਸ ਦੀ ਵਰਤੋਂ ਹੋਣ ਲੱਗੀ। ਸਾਰੇ ਮੰਦਰ ਢਾਹ ਢੇਰੀ ਕੀਤੇ ਗਏ। ਉਸ ਜ਼ੁਲਮ ਨੇ ਲੋਕਾਂ ਦੇ ਦਿਲ ਹਿਲਾ ਦਿੱਤੇ। ਆਖਰ ਕੁਝ ਕਸ਼ਮੀਰੀ ਪੰਡਤ ਕਸ਼ਮੀਰ ਵਿੱਚੋਂ ਨੱਸ ਕੇ ਮੈਦਾਨੀ ਇਲਾਕੇ ਨੂੰ ਆਏ। ਉਹ ਆਪਣੇ ਬਚਾਓ ਦਾ ਕੋਈ ਵਸੀਲਾ ਢੂੰਢਣ ਲੱਗੇ। ਕਿਸੇ ਨੇ ਉਹਨਾਂ ਨੂੰ ਦੱਸ ਪਾਈ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਬਾਰ ਤੋਂ ਬਿਨਾਂ ਕਿਸੇ ਵੀ ਤੁਸਾਂ ਦੀ ਫਰਿਆਦ ਪੂਰੀ ਨਹੀਂ ਕਰਨੀ। ਜੇ ਕੋਈ ਤੁਸਾਂ ਦੇ ਅਥਰੂ ਪੂੰਝ ਸਕਦਾ ਹੈ ਤਾਂ ਉਹ ਨੌਵਾਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਹੈ। ਸੋ ਅਨੰਦਪੁਰ ਨੈਣਾ ਦੇਵੀ ਦੇ ਪਰਬਤ ਹੇਠਾਂ ਬਿਰਾਜਮਾਨ ਹੈ, ਉੱਥੇ ਪੁੱਜ ਕੇ ਫਰਿਆਦ ਕਰੋ। ਇਸ ਤਰ੍ਹਾਂ 25 ਮਈ 1675 ਦੇ ਦਿਨ ਹੋਰਨਾਂ ਸੰਗਤਾਂ ਤੋਂ ਇਲਾਵਾ ਕਸ਼ਮੀਰ ਦੇ 17 ਬ੍ਰਾਹਮਣਾਂ ਦਾ ਇੱਕ ਜੱਥਾ ਵੀ ਚੱਕ ਨਾਨਕੀ ਆਇਆ। ਇਹਨਾਂ ਦਾ ਆਗੂ ਮਟਨ ਵਾਸੀ ਭਾਈ ਕਿਰਪਾ ਰਾਮ ਦੱਤ, ਜੋ ਮਗਰੋਂ ਕਿਰਪਾ ਸਿੰਘ ਬਣ ਗਏ ਸੀ, ਪੁੱਤਰ ਭਾਈ ਅਤੂ ਰਾਮ ਦੱਤ ਵੀ ਸੀ। ਉਹਨਾਂ ਨੇ ਗੁਰੂ ਸਾਹਿਬ ਨੂੰ ਅਰਜ਼ ਕੀਤੀ ਕਿ ਕਸ਼ਮੀਰ ਦਾ ਮੁਸਲਮਾਨ ਹਾਕਮ ਸਾਡੇ ਲੋਕਾਂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਹੈ। ਸਾਡੇ ਕਿਸੇ ਨੇ ਫਰਿਆਦ ਨਹੀਂ ਸੁਣੀ। ਸਿਰਫ ਗੁਰੂ ਨਾਨਕ ਸਾਹਿਬ ਦੇ ਘਰ 'ਚੋਂ ਹੀ ਸਾਨੂੰ ਮਦਦ ਦੀ ਉਮੀਦ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਨੂੰ ਧੀਰਜ ਦਿੱਤਾ ਅਤੇ ਆਖਿਆ ਕਿ ਵਾਹਿਗੁਰੂ ਤੁਹਾਡੀ ਮਦਦ ਕਰੇਗਾ। ਅਤੇ ਕੁਝ ਪਲ ਮਗਰੋਂ ਗੁਰੂ ਸਾਹਿਬ ਨੇ ਆਖਿਆ ਕਿ ਸਿਰ ਦਿੱਤੇ ਬਿਨਾਂ ਇਸ ਨਿਸ਼ਾਨੇ 'ਚ ਕਾਮਯਾਬੀ ਨਹੀਂ ਮਿਲੇਗੀ। 8 ਜੁਲਾਈ
1675 ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਦੇਣ ਦੀ ਰਸਮ ਅਦਾ ਕੀਤੀ ਅਤੇ ਆਖਿਆ ਕਿ ਮੈਂ ਕਸ਼ਮੀਰੀ ਪੰਡਤਾਂ ਦੀ ਫਰਿਆਦ ਲੈ ਕੇ ਔਰੰਗਜ਼ੇਬ ਨੂੰ ਦਿੱਲੀ ਜਾ ਕੇ ਮਿਲਾਂਗਾ। ਇਸ ਤੋਂ 2 ਦਿਨ ਮਗਰੋਂ ਆਪ ਜੀ ਚੱਕ ਨਾਨਕੀ ਤੋਂ ਦਿੱਲੀ ਵਾਸਤੇ ਚੱਲ ਪਏ। ਆਪ ਜੀ ਦੇ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਦਾਸ, ਭਾਈ ਊਦਾ ਅਤੇ ਭਾਈ ਗੁਰਦਿੱਤਾ ਵੀ ਸਨ। ਭਾਈ ਊਦਾ ਅਤੇ ਭਾਈ ਗੁਰਦਿੱਤਾ ਸਿੱਧੇ ਦਿੱਲੀ ਚਲੇ ਗਏ ਅਤੇ ਬਾਕੀ ਤਿੰਨੇ ਗੁਰੂ ਸਾਹਿਬ ਦੇ ਨਾਲ ਰਹੇ। ਚੱਕ ਨਾਨਕੀ ਵਿੱਚ ਗੁਰੂ ਸਾਹਿਬ ਦਾ ਇਹ ਆਖਰੀ ਦਿਨ ਸੀ। ਉਸ ਤੋਂ ਬਾਅਦ 11 ਨਵੰਬਰ 1675 ਵਾਲੇ ਦਿਨ ਆਪ ਜੀ ਨੂੰ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ। ਗੁਰੂ ਸਾਹਿਬ ਜੀ ਦਾ ਧੜ ਦਾ ਸੰਸਕਾਰ ਭਾਈ ਲੱਖੀ ਰਾਏ ਵਣਜਾਰੇ ਨੇ ਆਪਣੇ ਘਰ ਨੂੰ ਅੱਗ ਭੇਂਟ ਕਰਕੇ ਕੀਤਾ ਅਤੇ ਗੁਰੂ ਤੇਗ ਬਹਾਦਰ ਦਾ ਸੀਸ ਭਾਈ ਜੈਤਾ, ਜੋ ਬਾਅਦ ਵਿੱਚ ਅੰਮ੍ਰਿਤ ਛਕ ਕੇ ਜੀਵਨ ਸਿੰਘ ਨਾਂ ਪਿਆ, ਭਾਈ ਨਾਨੂ ਅਤੇ ਭਾਈ ਊਦਾ ਦਿੱਲੀ ਤੋਂ ਲੈ ਕੇ 16 ਨਵੰਬਰ 1675 ਦੇ ਦਿਨ ਕੀਰਤਪੁਰ ਪੁੱਜੇ ਅਤੇ ਅਗਲੇ ਦਿਨ ਆਪ ਜੀ ਦੇ ਸੀਸ ਦਾ ਸੰਸਕਾਰ ਚੱਕ ਨਾਨਕੀ ਵਿੱਚ ਕੀਤਾ ਗਿਆ। ਜਿਸ ਜਗ੍ਹਾ ਗੁਰੂ ਸਾਹਿਬ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਉੱਥੇ ਗੁਰਦੁਆਰਾ ਸੀਸਗੰਜ ਬਣਿਆ ਹੋਇਆ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਮਗਰੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖ ਪੰਥ ਦੀ ਵਾਗਡੋਰ ਸੰਭਾਲੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੇ ਸਿੱਖਾਂ ਵਿੱਚ ਬੜਾ ਰੋਹ ਭਰਿਆ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨਾਂ ਨੂੰ ਇੱਕਦਮ ਜਵਾਬੇ ਅਮਲ ਦੇਣ ਤੋਂ ਰੋਕਿਆ। ਇਸ ਸਾਰੇ ਕਾਰਜ ਤੋਂ ਪਹਿਲਾਂ ਗੁਰੂ ਜੀ ਸਿੱਖ ਫੌਜ ਨੂੰ ਪੂਰੀ ਤਰ੍ਹਾਂ ਤਿਆਰ ਕਰਨਾ ਚਾਹੁੰਦੇ ਸਨ। ਗੁਰੂ ਸਾਹਿਬ ਨੇ ਵੱਖ-ਵੱਖ ਇਲਾਕਿਆਂ ਵਿੱਚ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਜਥੇਬੰਦ ਕੀਤਾ। ਇਸ ਦੌਰਾਨ ਲਾਹੌਰ ਤੋਂ ਭਾਈ ਹਰਜਸ ਭੱਖੀ ਨੇ ਗੁਰੂ ਸਾਹਿਬ ਦੀ ਸ਼ਾਦੀ ਵਾਸਤੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਦੀ ਚਾਹ ਸੀ ਗੁਰੂ ਸਾਹਿਬ ਬਰਾਤ ਲੈ ਕੇ ਲਾਹੌਰ ਆਉਣ। ਇਸ ਕਰਕੇ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਤੋਂ 11 ਕਿਲੋਮੀਟਰ ਦੂਰ ਗੁਰੂ ਕਾ ਲਾਹੌਰ ਦੀ ਨੀਂਹ ਰੱਖੀ ਅਤੇ 21 ਜੂਨ 1677 ਦੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵਿਆਹ ਇਸ ਜਗ੍ਹਾ 'ਤੇ ਹੋਇਆ। ਗੁਰੂ ਕਾ ਲਾਹੌਰ ਵਿੱਚ ਉਸ ਯਾਦ ਸੰਬੰਧੀ ਗੁਰਦੁਆਰੇ ਬਣੇ ਹੋਏ ਹਨ ਅਤੇ 1678 ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਵਾਉਣਾ ਸ਼ੁਰੂ ਕੀਤਾ। ਉਸ ਵਕਤ ਗੁਰੂ ਗ੍ਰੰਥ ਸਾਹਿਬ ਦੀ ਆਦਿ ਬੀੜ ਧੀਰਮਲੀਆਂ ਕੋਲ ਸੀ। ਧੀਰਮਲ 16 ਨਵੰਬਰ 1677 ਦੇ ਦਿਨ ਕੈਦ ਵਿੱਚ ਮਰ ਚੁੱਕਾ ਸੀ ਅਤੇ ਉਸ ਦੇ ਵੱਡੇ ਪੁੱਤਰ ਰਾਮਚੰਦ ਨੂੰ 24 ਜੁਲਾਈ 1678 ਦੇ ਦਿਨ ਔਰੰਗਜ਼ੇਬ ਨੇ ਕਤਲ ਕਰਵਾ ਦਿੱਤਾ ਸੀ। ਰਾਮਚੰਦ ਮਗਰੋਂ ਉਸ ਦਾ ਛੋਟਾ ਭਰਾ ਭਾਰਮਲ, ਜੋ ਹੁਣ ਧੀਰਮਲ ਦਾ ਵਾਰਿਸ ਬਣ ਗਿਆ। ਅਗਸਤ 1678 ਵਿੱਚ ਰਾਮਚੰਦ ਦੀ ਅੰਤਮ ਰਸਮ 'ਤੇ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਨੂੰ ਬਕਾਲਾ ਭੇਜਿਆ। ਰਸਮ ਪੂਰੀ ਹੋਣ ਮਗਰੋਂ ਭਾਈ ਮਨੀ ਸਿੰਘ ਨੇ ਭਾਰਮਲ ਨੂੰ ਆਖਿਆ ਕਿ ਗੁਰੂ ਸਾਹਿਬ ਨਵਾਂ ਸਰੂਪ ਤਿਆਰ ਕਰਨਾ ਚਾਹੁੰਦੇ ਹਨ, ਇਸ ਕਰਕੇ ਉਹ ਕੁਝ ਦਿਨਾਂ ਵਾਸਤੇ ਆਦਿਬੀੜ ਦੇ ਦੇਵੇ। ਭਾਰਮਲ ਨੇ ਆਦਿਬੀੜ ਚੱਕ ਨਾਨਕੀ ਭੇਜਣ ਵਾਸਤੇ ਅਸਿੱਧੇ ਤਰੀਕੇ ਨਾਲ ਨਾ ਕਰ ਦਿੱਤੀ ਅਤੇ ਆਖਿਆ ਕਿ ਗੁਰੂ ਸਾਹਿਬ ਕਿਸੇ ਨੂੰ ਕਰਤਾਰਪੁਰ ਭੇਜ ਕੇ ਆਦਿਬੀੜ ਦਾ ਉਤਾਰਾ ਕਰਵਾ ਲੈਣ। ਅਤੇ ਇਸ ਤਰ੍ਹਾਂ ਦਸ਼ਮੇਸ਼ ਸਾਹਿਬ ਜੀ ਦੀਆਂ ਔਕੜਾਂ ਉਸ ਵੇਲੇ ਦਸ਼ਮੇਸ਼ ਸਾਹਿਬ ਜੀ ਦੀ ਉਮਰ ਮਸਾਂ 10 ਸਾਲ ਦੀ ਸੀ, ਪਰ ਆਪ ਦਾ ਟਾਕਰਾ ਅਜਿਹੀਆਂ ਤਾਕਤਾਂ ਨਾਲ ਪੈ ਗਿਆ ਸੀ ਅਤੇ ਆਪ ਦਾ ਰਾਹ ਅਜਿਹੀਆਂ ਔਕੜਾਂ ਨਾਲ ਭਰਿਆ ਪਿਆ ਸੀ ਜਿਨ੍ਹਾਂ ਨੂੰ ਤੱਕ ਵਿਚਾਰ ਕੇ ਬੜੇ ਬੜਿਆਂ ਦੇ ਦਿਲ ਕੰਬ ਜਾਂਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਟਾਕਰੇ ਉੱਤੇ ਜੋ ਜ਼ਬਰਦਸਤ ਤਾਕਤਾਂ ਸਨ, ਇੱਕ ਤਾਂ ਸੀ ਕਿ ਜੋ ਟੀਸੀ 'ਤੇ ਪੁੱਜੀ ਹੋਈ ਮੁਗਲ ਰਾਜ ਦੀ ਤਾਕਤ, ਜਿਸ ਦੀ ਵਾਗਡੋਰ ਉਸ ਪੱਥਰ ਦਿਲ ਨਿਰਦਈ ਅਤੇ ਕੱਟੜ ਸਰਈ ਮੁਸਲਮਾਨ ਦੇ ਹੱਥ ਵਿੱਚ ਸੀ, ਜਿਸ ਨੇ ਤਖਤ ਦੀ ਪ੍ਰਾਪਤੀ ਲਈ ਭਰਾਵਾਂ ਨਾਲ ਦਗਾ ਕਮਾਇਆ ਅਤੇ ਘਾਟ ਬੱਚਾ ਘਾਣ ਕੀਤਾ, ਜਿਸ ਨੇ ਆਪਣੇ ਪਿਓ ਸ਼ਾਹਜਹਾਨ ਨੂੰ ਕੈਦ ਵਿੱਚ ਸੁੱਟਿਆ। ਅਤੇ ਵਾਕਿਆ ਹੈ, ਸ਼ਾਹਜਹਾਨ ਜਿਸ ਵੇਲੇ ਕਹਿੰਦਾ ਸੀ ਮੈਨੂੰ ਕੋਈ ਲਿਖਣ ਨੂੰ ਸਵਾਈ ਸਿਆਹੀ ਦੇ ਦਿਓ, ਉਹ ਕਹਿੰਦਾ ਸੀ ਆਪਣੇ ਥੁੱਕ ਨਾਲ ਸਿਆਹੀ ਬਣਾ ਕੇ ਲਿਖ। ਇੰਨਾ ਕਰੂਰ ਸੀ ਔਰੰਗਜ਼ੇਬ, ਜਿਸ ਨੇ ਆਪਣੇ ਪੁੱਤ ਮੁਅੱਜ਼ਮ ਨਾਲ, ਜੋ ਮਗਰੋਂ ਬਾਦਸ਼ਾਹ ਬਣਿਆ, ਬੇਰਹਿਮੀ ਵਾਲਾ ਸਲੂਕ ਕੀਤਾ, ਜਿਸ ਨੇ ਦੇਸ਼ ਭਰ ਵਿੱਚ ਕੇਵਲ ਇੱਕੋ ਧਰਮ ਦੀਨ ਇਸਲਾਮ ਰਹਿਣ ਦੇਣ ਅਤੇ ਬਾਕੀਆਂ ਨੂੰ ਮਲੀਆ ਮੇਟ ਕਰਨ ਦੀ ਸਹੁੰ ਖਾਧੀ ਹੋਈ ਸੀ। ਅਤੇ ਮੁਗਲ ਹਕੂਮਤ ਦੇ ਜਥੇਬੰਦਕ
ਜ਼ਬਰਦਸਤ ਤਾਕਤ ਤੇ ਸਾਧਨਾ ਤੋਂ ਇਲਾਵਾ ਔਰੰਗਜ਼ੇਬ ਦੇ ਸਹਾਇਕ ਸਨ ਲੱਖਾਂ ਹੀ ਕੱਟੜ ਮੁਸਲਮਾਨ ਜੋ ਕਾਫਰਾਂ ਨੂੰ ਲੁੱਟਣਾ ਮਾਰਨਾ ਪੁੰਨ ਸਮਝਦੇ ਸਨ ਅਤੇ ਸ਼ਾਹੀ ਫੌਜਾਂ ਨਾਲ ਰਲ ਕੇ ਗੁਰੂ ਜੀ ਵਿਰੁੱਧ ਆਉਣ ਨੂੰ ਸਦਾ ਤਿਆਰ ਬਰ ਤਿਆਰ ਰਹਿੰਦੇ ਸਨ। ਦਸ਼ਮੇਸ਼ ਜੀ ਦੇ ਟਾਕਰੇ ਵਿੱਚ ਡਟੀ ਹੋਈ ਦੂਸਰੀ ਤਾਕਤ ਸੀ ਉਹ ਉੱਚ ਜਾਤੀਏ ਹਿੰਦੂ ਬ੍ਰਾਹਮਣ ਰਾਜੇ ਰਾਜਪੂਤਾਂ ਦੀ ਜਮਾਇਤ ਜਿਹੜੇ ਗੁਰੂ ਜੀ ਦੇ ਮਿਸ਼ਨ ਨੂੰ ਨਾ ਸਮਝਦੇ ਹੋਏ ਇਹ ਖਿਆਲ ਬਣਾ ਬੈਠੇ ਹੋਏ ਸਨ ਕਿ ਜੇ ਸਿੱਖੀ ਫੈਲ ਗਈ ਤਾਂ ਸਾਡੀਆਂ ਪਦਵੀਆਂ ਸਾਡੇ ਅਧਿਕਾਰ ਅਤੇ ਅਖਤਿਆਰ ਸਭ ਜਾਂਦੇ ਰਹਿਣਗੇ। ਇਹਨਾਂ ਲੋਕਾਂ ਨੇ ਮੁਗਲ ਰਾਜ ਨਾਲ ਗੰਢ ਲਾਈ ਹੋਈ ਸੀ। ਉਹ ਸਮਝਦੇ ਸਨ ਕਿ ਪਰਦੇਸੀ ਮੁਗਲ ਹਕੂਮਤ ਭਾਵੇਂ ਕਦੇ ਕਦੇ ਤਾਂ ਕਿਤੇ ਕਿਤੇ ਜ਼ਬਰ ਜ਼ੁਲਮ ਵੀ ਕਰਦੀ ਹੈ, ਫਿਰ ਵੀ ਇਹ ਸਾਡੇ ਲਈ ਉਨੀ ਹਾਨੀਕਾਰਕ ਨਹੀਂ ਜਿੰਨੀ ਸਾਡੇ ਆਂਢ ਗੁਆਂਢ ਵਿੱਚ ਅਤੇ ਸਾਡੇ ਘਰਾਂ ਵਿੱਚ ਵੱਧ ਫੁੱਲ ਰਹੀ ਸਿੱਖੀ ਹੋ ਸਕਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਇੱਕੋ ਇੱਕ ਮਕਸਦ ਸੀ ਕਿ ਇਸ ਹਿੰਦੁਸਤਾਨ ਦੀ ਲਤਾੜੀ ਹੋਈ ਜਨਤਾ ਨੂੰ ਗੁਲਾਮੀ ਦੀ ਜ਼ੰਜੀਰਾਂ ਤੋਂ ਆਜ਼ਾਦ ਕਰਵਾਉਣਾ ਅਤੇ ਇਸ ਕਰੂਰ ਮੁਗਲ ਸ਼ਾਸਕ ਦੀ ਜੜ ਪੁੱਟ ਕੇ ਸਿੱਟ ਦੇਣੀ। ਅਤੇ 1680 ਤੋਂ ਲੈ ਕੇ 1692 ਤਾਈਂ ਗੁਰੂ ਮਹਾਰਾਜ ਨੇ ਇਹਨਾਂ ਕਾਰਜਾਂ ਨੂੰ ਸੰਪੂਰਨ ਕਰਨ ਲਈ ਕੀ ਪੂਰਨੇ ਪਾਏ ਉਹ ਅਸੀਂ ਅਗਲੇ ਭਾਗ ਵਿੱਚ ਦੇਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।